किन्ने ने प्यारा था बोले सर्वशक्तिमान परमेश्वर अज मैनू अकल बुद्ध समझ दे कि मैं तेरे वचन अपने जीवन के अंदर ग्रहण कर सका। आदि आशीष मेरी है, आधा मस्सा मेरा है, आधा वचन की सामर्थ मेरी है, आधा वचन मेरा है, आधा वचन मेरे जीवन के अंदर 100 फल लेके आए। आमीन आमीन हालेलुया हालेलुया। किन्ने ने परमेश्वर नाल मेल मिलाप करना चाहते हैं कि हाँ असीं परमेश्वर नाल मेल मिलाप करना चाहते हैं? किन्ने ने उसनूं देखना चाहते हैं, गलबात करना चाहते हैं? हालेलुया। कि तुसीं परमेश्वर नाल मिलना चाहते हैं? आमीन। कि तुसीं परमेश्वर नाल गलबात करनी चाहते हैं? हाथ खाई लगे पवित्र आत्मा परमेश्वर जिन्हें परमेश्वर नूं मिलना चाहते ना मेल मिलाप करना चाहते हैं उन्होंने ग्रहण करना चाहते हैं। आमीन हालेलुया। ਉਹਦੇ ਵਾਸਤੇ ਸਾਨੂੰ करना की पऊगा? ਅੱਜ ਅਸੀਂ ਦੇਖਾਂਗੇ कि ਅਸੀਂ ਸਰਵਸ਼ਕਤੀਮਾਨ परमेश्वर ਨਾਲ ਕਿੱਦਾਂ ਮੇਲ ਮਿਲਾਪ ਕਰ ਸਕਦੇ, ਅਸੀਂ ਆਪਣੇ ਸੰਬੰਧ ਨੂੰ ਕਿੱਦਾਂ ਕਾਇਮ ਰੱਖ ਸਕਦੇ ਹਾਂ, ਅਸੀਂ ਕਿੱਦਾਂ ਉਹਨੂੰ ਗਹਿਰਾਈ ਨਾਲ ਸਮਝ ਸਕਦੇ, ਸਾਨੂੰ ਕਰਨਾ ਕੀ ਪੈਣਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਅਸੀਂ ਦੇਖਾਂਗੇ ਯੋਲ ਨਬੀ ਦੀ ਪੁਸਤਕ 2 ਅਧਿਆਇ ਉਹਦੀ 15 ਆਇਤ। ਦੁਬਾਰਾ ਬੋਲੀ ਕਿ ਨਹੀਂ? योएल नबी की पुस्तक 2 ਦੀ 15। सियोन विच तुरी फूको, सभा बुलाओ, श्रोमणी सभा बुलाओ, लोकां नूं इकट्ठा करो, लोकां नूं इकट्ठा करो। हालेलुया 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 हालेलुया। दोबारा पढ़िए आयत योएल नबी की पुस्तक 2 अध्याय की 15 आयत। सियोन विच तुरी फूको, सियोन विच तुरी फूको, श्रोमणी सभा बुलाओ, श्रोमणी सभा बुलाओ, लोकां नूं इकट्ठा करो। की करो? लोकां नूं इकट्ठा करो। दोबारा 15 आयत पढ़िए हौली हौली। सियोन विच तुरी फूको, सियोन विच तुरी फूको, पवित्र वर्त रखो, पवित्र वर्त रखो, श्रोमणी सभा बुलाओ, श्रोमणी सभा बुलाओ। हालेलुया। किन्ने ने शायद दे मतलब नूं समझे कि सियोन विच तुरी फूको, पवित्र सभा बुलाओ। हालेलुया 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 हालेलुया। सारे पीछे पीछे बोलिए भाई। सियोन विच तुरी फूको, सियोन विच तुरी फूको, पवित्र वर्त रखो, पवित्र वर्त रखो, श्रोमणी सभा बुलाओ। श्रोमणी सभा बुलाओ। इस वचन 3 प्रकार ना परमेश्वर के वचन ਨੂੰ ਸੰਬੋਧਿਤ ਕੀਤਾ ਗਿਆ। नंबर 1 ਤਾਂ तुरी फूको सियोन विच, स्वर्ग विच। हालेलुया। और पवित्र वर्त बारे दस्या गया वा और श्रोमणी सभा बुलाओ। हालेलुया हालेलुया। ਅਸੀਂ ਇਸ ਪਵਿੱਤਰ ਵਚਨ ਨੂੰ ਦੇਖਦੇ ਹਾਂ ਕਿ ਪਰਮੇਸ਼ਰ ਦਾ ਵਚਨ ਸਾਨੂੰ ਖਾਸ ਇੱਕ ਪਵਿੱਤਰ ਵਰਤ ਰੱਖਣ ਲਈ ਕਹਿ ਰਿਹਾ ਵਾ, ਇੱਕ ਖਾਸ ਸਭਾ ਬੁਲਾਉਣ ਨੂੰ ਕਹਿ ਰਿਹਾ ਵਾ ਔਰ ਇੱਕ ਧੁਰੀ ਫੂਕਣ ਵਾਸਤੇ ਕਹਿ ਰਿਹਾ। ਹਾਲੇਲੂਇਆ। ਔਰ ਸਭ ਤੋਂ ਪਹਿਲਾਂ ਅਸੀਂ ਧੁਰੀ ਨੂੰ ਦੇਖਾਂਗੇ, ਜਿਹੜੀ ਧੁਰੀ ਕਦੋਂ ਇਸਤੇਮਾਲ ਕੀਤੀ ਜਾਂਦੀ ਹੈ। ਇੱਧਰ ਧਿਆਨ ਦਿਓ ਸਾਰੇ। ਧੁਰੀ ਕਦੋਂ ਇਸਤੇਮਾਲ ਕੀਤੀ ਜਾਂਦੀ ਹੈ? ਜਦੋਂ ਪਰਮੇਸ਼ਰ ਨੇ ਕੋਈ ਹੁਕਮ ਜਾਂ ਕੋਈ ਫਰਮਾਨ ਦੇਣਾ ਹੁੰਦਾ ਵਾ ਉਦੋਂ ਧੁਰੀ ਫੂਕੀ ਜਾਂਦੀ ਆ। ਔਰ ਯੁੱਧ ਦੇ ਵਿੱਚ ਧੁਰੀ ਫੂਕੀ ਜਾਂਦੀ ਜਦੋਂ ਯਰੀਹੋ ਦੀ ਦੀਵਾਰ ਢਾਈ ਸੀ। ਹਾਲੇਲੂਇਆ। ਅਲੱਗ-ਅਲੱਗ ਤਰੀਕੇ ਨਾਲ ਧੁਰੀ ਦਾ ਇਸਤੇਮਾਲ ਕੀਤਾ ਜਾਂਦਾ। ਹਾਲੇਲੂਇਆ। ਅਲੱਗ-ਅਲੱਗ ਤਰੀਕੇ ਨਾਲ ਧੁਰੀ ਦਾ ਕੀ ਕੀਤਾ ਜਾਂਦਾ? ਇਸਤੇਮਾਲ ਕੀਤਾ ਜਾਂਦਾ। ਔਰ ਪਵਿੱਤਰ ਵਰਤ ਕਿ ਸਾਨੂੰ ਪਵਿੱਤਰਤਾ ਵਿੱਚ ਪਰਮੇਸ਼ਰ ਨੇ ਰਹਿਣ ਲਈ ਕਿਹਾ, ਇੱਕ ਖਾਸ ਸਭਾ, ਇੱਕ ਖਾਸ ਦਿਨ ਵਾਸਤੇ ਸੰਬੋਧਿਤ ਕੀਤਾ। ਜਿਸ ਤਰ੍ਹਾਂ ਇਸ ਸਬਤ ਦੇ ਦਿਨ ਨੂੰ ਖਾਸ ਦਿਨ ਰੱਖਿਆ ਪਰਮੇਸ਼ਰ ਨੇ। ਹਾਲੇਲੂਇਆ ਹਾਲੇਲੂਇਆ। ਔਰ ਇਹ ਪਵਿੱਤਰ ਵਚਨ ਪਰਮੇਸ਼ਰ ਦਾ ਕਲਾਮ ਸਾਨੂੰ ਇਹ ਆਈ ਪਰਮੇਸ਼ਰ ਨਾਲ ਖਾਸ ਸੰਬੰਧ, ਖਾਸ ਮੇਲ ਮਿਲਾਪ ਔਰ ਖਾਸ ਇੱਕ ਦਿਨ ਨੂੰ ਦਰਸਾ ਰਹੀ ਹੈ ਕਿ ਅਸੀਂ ਜਿਸ ਦਾ ਇੰਤਜ਼ਾਰ ਕਰ ਰਹੇ ਹਾਂ। ਹਾਲੇਲੂਇਆ
ਹਾਲੇਲੂਇਆ। ਔਰ ਪਰਮੇਸ਼ਰ ਨਾਲ ਮਿਲਣ ਲਈ ਸਾਨੂੰ ਉਹਨਾਂ ਮੇਲ ਮਿਲਾਪ ਕਰਨ ਲਈ ਕੀ ਕਰਨਾ ਪਵੇਗਾ? ਪਹਿਲੋਂ ਤਾਂ ਸਾਨੂੰ ਪਵਿੱਤਰਤਾ ਦੇ ਵਿੱਚ ਰਹਿਣਾ ਪੈਣਾ। ਪਵਿੱਤਰ ਵਰਤ ਦਾ ਮਤਲਬ ਆ ਕਿ ਪੂਰੀ ਤਰ੍ਹਾਂ ਅੰਦਰੋਂ ਪਵਿੱਤਰਤਾ ਦੇ ਵਿੱਚ ਪਰਮੇਸ਼ਰ ਅੱਗੇ ਆਪਣੇ ਆਪ ਨੂੰ ਲੈ ਕੇ ਆਉਣਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਔਰ ਨੰਬਰ 2 ਤੇ ਅਸੀਂ ਖਾਸ ਸਭਾ, ਇੱਕ ਖਾਸ ਦਿਨ ਉਸ ਨੂੰ ਅਨਾਉਂਸ ਕਰਦੇ ਹਾਂ ਜਾਂ ਅਸੀਂ ਸਬਤ ਦੇ ਦਿਨ ਕਰਦੇ ਹਾਂ ਕਿ ਅੱਜ ਅਸੀਂ ਪਵਿੱਤਰ ਵਰਤ ਰੱਖਾਂਗੇ, ਅਸੀਂ ਫਾਸਟਿੰਗ ਕਰਾਂਗੇ ਕਿ ਅਸੀਂ ਪਰਮੇਸ਼ਰ ਦੇ ਮਸੀਹ ਨਾਲ ਉਹਨਾਂ ਗੱਲਬਾਤ ਕਰ ਸਕੀਏ ਔਰ ਸਾਡਾ ਸੰਬੰਧ ਪਰਮੇਸ਼ਰ ਨਾਲ ਗੂੜਾ ਹੋ ਸਕੇ। ਹਾਲੇਲੂਇਆ। ਔਰ ਕਿੰਨੇ ਜਣ ਚਾਹੁੰਦੇ ਕਿ ਸਾਡਾ ਸੰਬੰਧ ਪਰਮੇਸ਼ਰ ਨਾਲ ਗੂੜਾ ਹੋਵੇ, ਕਿ ਅਸੀਂ ਪਰਮੇਸ਼ਰ ਨਾਲ ਗੱਲਬਾਤ ਕਰੀਏ। ਹਾਲੇਲੂਇਆ, ਹਾਲੇਲੂਇਆ। ਔਰ ਇੱਕ ਇਹੀ ਅਸੀਂ ਵਚਨ ਦੇਖਾਂਗੇ ਕੂਚ 19 ਦੇ ਵਿੱਚ ਕਿ ਜਦੋਂ ਸਨਈ ਪਹਾੜ ਤੇ ਯਹੋਵਾ ਪਰਮੇਸ਼ਰ ਦਾ ਆਗਮਨ ਹੋਇਆ ਸੀਗਾ ਔਰ ਮੂਸਾ ਨੂੰ ਫਰਮਾਨ ਦਿੱਤਾ ਪਰਮੇਸ਼ਰ ਨੇ ਕਿ ਦੇਖ ਇਹ ਕੌਮ ਨੂੰ ਮੈਂ ਕਿੱਦਾਂ ਆਪਣੇ ਬਲਵੰਤ ਹੱਥ ਨਾਲ ਕੱਢ ਕੇ ਲਿਆਇਆ ਕਿ ਜਦ ਇਹ ਗੁਲਾਮੀ ਵਿੱਚ ਸੀ ਉਕਾਬ ਵਾਂਗੂ ਆਪਣੇ ਖੰਭਾਂ ਤੇ ਕੀ ਕਰਕੇ ਲੈ ਗਿਆ? ਗੁਲਾਮੀ ਤੋਂ ਕੱਢ ਕੇ ਲਿਆ। ਹੁਣ ਇਹ ਮੇਰੇ ਨਾਮ ਦੇ ਸਰੋਤੇ ਹੋਣ ਤਾਂ ਮੇਰੇ ਨਾਮ ਦੀ ਕੀ ਆਰਾਧਨਾ ਕਰਨ, ਮਹਿਮਾ ਕਰਨ ਔਰ ਮੈਂ ਇਹਨਾਂ ਦਾ ਪਰਮੇਸ਼ਰ ਹੋਵਾਂਗਾ ਔਰ ਇਹ ਮੇਰੇ ਲਈ ਇੱਕ ਪਵਿੱਤਰ ਕੌਮ ਹੋਏਗੀ। ਹਾਲੇਲੂਇਆ, ਹਾਲੇਲੂਇਆ। ਇਹ ਮੇਰੇ ਲਈ ਕੀ ਹੋਵੇਗੀ? ਪਵਿੱਤਰ ਕੌਮ ਹੋਏਗੀ, ਇੱਕ ਪਵਿੱਤਰ ਪ੍ਰਜਾ ਹੋਏਗੀ ਜਿਹਦਾ ਮੈਂ ਪਰਮੇਸ਼ਰ ਹੋਵਾਂਗਾ ਔਰ ਜਿਹਦੇ ਨਾਲ ਮੈਂ ਗੱਲਬਾਤ ਕਰਾਂਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਔਰ ਇਹ ਆਪਾਂ 2 ਆਇਤਾਂ ਪੜਾਂਗੇ ਕੂਚ 19 ਦਾ ਉਹਦੀ 3 ਤੇ 4 ਹੈ। ਤਾਂ ਮੂਸਾ ਪਰਮੇਸ਼ਰ ਕੋਲ ਚੜ ਗਿਆ, ਤਾਂ ਮੂਸਾ ਪਰਮੇਸ਼ਰ ਦੇ ਕੋਲ ਗਿਆ ਅਤੇ ਯਹੋਵਾ ਨੇ ਪਹਾੜ ਤੋਂ, ਤੇ ਯਹੋਵਾ ਪਰਮੇਸ਼ਰ ਨੇ ਪਹਾੜ ਤੋਂ ਉਹਨੂੰ ਪੁਕਾਰ ਕੇ ਫਰਮਾਇਆ, ਉਹਨੂੰ ਪੁਕਾਰ ਕੇ ਫਰਮਾਇਆ, ਤੂੰ ਯਾਕੂਬ ਦੇ ਘਰਾਣੇ ਨੂੰ ਇਉਂ ਆਖ, ਤੂੰ ਯਾਕੂਬ ਦੇ ਘਰਾਣੇ ਨੂੰ ਇਉਂ ਆਖ ਅਤੇ ਇਜ਼ਰਾਈਲੀਆਂ ਨੂੰ ਦੱਸ, ਅਤੇ ਇਜ਼ਰਾਈਲੀਆਂ ਨੂੰ ਦੱਸ ਕਿਉਂਕਿ ਤੁਸੀਂ ਵੇਖਿਆ ਕਿ ਤੁਸੀਂ ਵੇਖਿਆ ਜੋ ਮੈਂ ਇਜ਼ਰਾਈਲੀਆਂ ਨਾਲ ਕੀਤਾ, ਜੋ ਇਜ਼ਰਾਈਲੀਆਂ ਨਾਲ ਕੀਤਾ ਅਤੇ ਤੁਹਾਨੂੰ ਉਕਾਬ ਦੇ ਖੰਭਾਂ ਉੱਤੇ, ਤੁਹਾਨੂੰ ਮੈਂ ਉਕਾਬ ਦੇ ਖੰਭਾਂ ਉੱਤੇ ਬਿਠਾਲ ਕੇ ਆਪਣੇ ਕੋਲ ਲੈ ਆਇਆ, ਆਪਣੇ ਕੋਲ ਲੈ ਆਇਆ। ਜਦ ਇਸਰਾਇਲ ਦੇ ਲੋਕ ਮਿਸਰ ਦੀ ਗੁਲਾਮੀ ਵਿੱਚ ਸੀ ਤਾਂ ਉਹਨਾਂ ਦੀ ਦੁਹਾਈ ਪਰਮੇਸ਼ਰ ਤੱਕ ਉਪੜੀ ਔਰ ਮੂਸਾ ਦੁਆਰਾ ਕੀ ਕੀਤਾ? ਪਰਮੇਸ਼ਰ ਨੇ ਇਸਰਾਇਲੀਆਂ ਨੂੰ ਇਸ ਗੁਲਾਮੀ ਵਿੱਚੋਂ ਕੱਢ ਲਿਆਂਦਾ। ਜਿਸ ਤਰ੍ਹਾਂ ਅੱਜ ਦੀ ਕਲੀਸਿਆ, ਅੱਜ ਦਾ ਜਗਤ ਆ, ਪਰਮੇਸ਼ਰ ਦਾ ਵਚਨ ਅੱਜ ਦੇ ਜਗਤ ਕੋਲ, ਅੱਜ ਕਲੀਸਿਆ ਕੋਲ ਜਾਂਦਾ ਔਰ ਅੱਜ ਦੀ ਕਲੀਸਿਆ ਪਾਪ ਦੀ ਗੁਲਾਮੀ ਵਿੱਚ ਹੁੰਦੀ ਆ, ਉਸ ਅੰਧਕਾਰ ਵਿੱਚ ਹੁੰਦੀ, ਉਸ ਪਾਪ ਉਸ ਬੁਰਾਈ ਵਿੱਚ ਹੁੰਦੀ ਆ, ਤਾਂ ਪਰਮੇਸ਼ਰ ਦਾ ਵਚਨ, ਉਹਦਾ ਸੰਦੇਸ਼ ਉਹਦੇ ਦਾਸ ਨੂੰ ਕੀ ਕੱਢ ਕੇ ਲਿਆਉਂਦਾ। ਹਾਲੇਲੂਇਆ। ਅਸੀਂ ਕੀ ਕਰਦੇ? ਤੌਬਾ ਕਰਦੇ। ਇਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਦਰਸਾਇਆ ਔਰ ਪਰਮੇਸ਼ਰ ਯਹੋਵਾ ਪੁਕਾਰਿਆ ਮੂਸਾ ਨੂੰ, ਕਹਿੰਦਾ ਦੇਖ ਮੈਂ ਇਹਨਾਂ ਨੂੰ ਕਿੱਦਾਂ ਆਪਣੇ ਬਲਵੰਤ ਹੱਥ ਨਾਲ ਕੱਢ ਕੇ ਲਿਆਇਆ, ਆਪਣੇ ਪਵਿੱਤਰ ਕੌਮ ਬਣਨ ਲਈ ਲੈ ਕੇ ਆਇਆ। ਹਾਲੇਲੂਇਆ, ਹਾਲੇਲੂਇਆ। ਅੱਗੇ 5 ਹੱਥ ਪੜ੍ਹੀਏ। ਹੁਣ ਜੇ ਤੁਸੀਂ ਮੇਰੀ ਆਵਾਜ਼, ਹੁਣ ਜੇ ਤੁਸੀਂ ਮੇਰੀ ਆਵਾਜ਼ ਦੇ ਸਰੋਤੇ ਹੋਵੋਗੇ, ਜੇ ਸਰੋਤੇ ਹੋਵੋਗੇ ਅਤੇ ਮੇਰੇ ਨੇਮ ਦੀ ਮਨੌਤ ਕਰੋਗੇ, ਅਤੇ ਜੇ ਤੁਸੀਂ ਪਰਮੇਸ਼ਰ ਦੀ ਆਵਾਜ਼ ਉਹਨਾਂ ਸੁਣਨ ਨੂੰ, ਉਹਨਾਂ ਸੰਬੰਧ ਬਣਾਉਣ ਨੂੰ, ਉਹਨਾਂ ਅੱਗੇ ਚੱਲਣ ਨੂੰ ਭੁੱਖੇ ਤਾਂ ਪਿਆਸੇ ਹੋਣਗੇ ਜੀ, ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ, ਤੇ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜ ਪ੍ਰਜਾ ਹੋਵੋਗੇ, ਮੇਰੀ ਨਿੱਜੀ ਪ੍ਰਜਾ, ਮੇਰੀ ਖਾਸ ਪ੍ਰਜਾ ਹੋਊਗੇ ਤੁਸੀਂ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਸਾਰੀ ਧਰਤੀ ਮੇਰੀ ਹੈ, ਕਿਉਂਕਿ ਸਾਰੀ ਧਰਤੀ ਕਿਹਦੀ ਹੈ? ਸਰਵ ਸ਼ਕਤੀਮਾਨ ਪਰਮੇਸ਼ਰ ਦੀ, ਜਿਹਨੇ ਜ਼ਮੀਨ ਅਸਮਾਨ ਨੂੰ ਰਚਿਆ। ਅਤੇ ਤੁਸੀਂ ਮੇਰੇ ਯਾਜਕਾਂ ਦੀ ਬਾਦਸ਼ਾਹੀ, ਤੁਸੀਂ ਮੇਰੇ ਯਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤਰ ਕੌਮ ਹੋਵੋਗੇ। ਪਵਿੱਤਰ ਕੌਮ ਆ, ਕਹਿੰਦੇ ਬਾਦਸ਼ਾਹੀ ਮੰਡਲੀ ਤੇ ਪਵਿੱਤਰ ਕੌਮ ਹੈ। ਹਾਲੇਲੂਇਆ, ਹਾਲੇਲੂਇਆ। ਤੁਸੀਂ ਕੀ ਆ? ਪਵਿੱਤਰ ਕੌਮ ਆ ਪਰਮੇਸ਼ਰ ਦੀ ਔਰ ਇੱਕ ਬਾਦਸ਼ਾਹੀ ਮੰਡਲੀ ਜਿਸ ਨੂੰ ਪਰਮੇਸ਼ਰ ਨੇ ਕੀ ਆਸ਼ੀਸ਼ਿਤ ਕਰਨ ਲਈ ਚੁਣਿਆ।
ਹਾਲੇਲੂਇਆ ਹਾਲੇਲੂਇਆ। ਹੁਣ ਅਸੀਂ ਕੀ ਵਚਨ ਪੜਿਆ ਸੀਗਾ ਕਿ ਪਵਿੱਤਰ ਵਰਤ ਰੱਖੋ, ਸਿਉਨ ਵਿੱਚ ਧੂਰੀ ਫੂਕੋ ਔਰ ਸ਼੍ਰੋਮਣੀ ਸਭਾ ਬੁਲਾਓ। ਕਿ ਅਸੀਂ ਦੇਖਿਆ ਸੀ ਕਿ ਅਸੀਂ ਪਰਮੇਸ਼ਰ ਦੇ ਵਚਨ ਅਨੁਸਾਰ ਦੇਖਣਾ ਕਿ ਅਸੀਂ ਪਰਮੇਸ਼ਰ ਨਾਲ ਕਿੱਦਾਂ ਮੇਲ ਮਿਲਾਪ ਕਰ ਸਕਦੇ, ਸੰਬੰਧ ਕਰ ਸਕਦੇ ਹਾਂ, ਅਸੀਂ ਅੱਗੇ ਵਧ ਸਕਦੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਹਦੀ 7 ਐਤ ਪੜ੍ਹੀਏ। ਤਾਂ ਮੂਸਾ ਨੇ ਆ ਕੇ ਪਰਜਾ ਦੇ ਬਜ਼ੁਰਗਾਂ ਨੂੰ ਬੁਲਾਇਆ। ਮੂਸਾ ਨੇ ਪ੍ਰਜਾ ਨਾਲ ਗੱਲਬਾਤ ਕੀਤੀ ਔਰ ਪਰਮੇਸ਼ਰ ਨੇ ਮੂਸਾ ਨਾਲ ਗੱਲਬਾਤ ਕੀਤੀ। ਪੜ੍ਹੀਏ 7। ਤਾਂ ਮੂਸਾ ਨੇ ਆ ਕੇ ਪਰਜਾ ਦੇ ਬਜ਼ੁਰਗਾਂ ਨੂੰ ਬੁਲਾਇਆ। ਤੇ ਮੂਸਾ ਨੇ ਆਣ ਕੇ ਪ੍ਰਜਾ ਦੇ ਬਜ਼ੁਰਗਾਂ ਨੂੰ ਬੁਲਾਇਆ, ਜਿਹੜੇ ਮੋਤਬਾਰ ਸੀਗੇ, ਅਤੇ ਉਹ ਸਾਰੀਆਂ ਗੱਲਾਂ ਉਹਨਾਂ ਦੇ ਅੱਗੇ ਰੱਖੀਆਂ। ਜੋ ਪਰਮੇਸ਼ਰ ਨੇ ਦੱਸਿਆ ਸੀ ਉਹਨੇ ਸਾਰੀਆਂ ਗੱਲਾਂ ਕੀ ਕੀਤੀਆਂ? ਸੰਗਤੀ ਦੇ ਵਿੱਚ ਆ ਕੇ ਸੰਗਤ ਨੂੰ ਦੱਸੀਆਂ, ਜਿਹੜੀਆਂ ਦਾ ਯਹੋਵਾ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ। ਜਿਹੜੀਆਂ ਗੱਲਾਂ ਦਾ ਪਰਮੇਸ਼ਰ ਨੇ ਮੂਸਾ ਨੂੰ ਹੁਕਮ ਦਿੱਤਾ ਸੀ, ਉਹੀ ਗੱਲਾਂ ਕੀ ਕੀਤੀਆਂ? ਸੰਗਤ ਨੂੰ ਆ ਕੇ ਦੱਸ ਦਿੱਤੀਆਂ, ਜਿਹੜੀ ਸੰਗਤ ਮੂਸਾ ਨੂੰ ਪਰਮੇਸ਼ਰ ਨੇ ਦਿੱਤੀ ਸੀ। ਹਾਲੇਲੂਇਆ। ਫਿਰ ਸਾਰੀ ਪ੍ਰਜਾ ਨੇ ਰਲ ਕੇ ਉੱਤਰ ਦਿੱਤਾ। ਉਹ ਸਾਰੀ ਜਿੰਨੀ ਪ੍ਰਜਾ ਦੀ ਜਿੰਨੀ ਸੰਗਤ ਸੀ ਉਹਨੇ ਰਲ ਕੇ ਉੱਤਰ ਦਿੱਤਾ ਕਿ ਜਿਸ ਤਰ੍ਹਾਂ ਪਰਮੇਸ਼ਰ ਨੇ ਹੁਕਮ ਦਿੱਤਾ ਹੈ, ਪਰਮੇਸ਼ਰ ਨੇ ਜਿਹਨੂੰ ਫਰਮਾਨ ਦਿੱਤਾ ਹੈ, ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਾਂਗੇ, ਅਸੀਂ ਆਗਿਆਕਾਰੀ ਕਰਾਂਗੇ, ਉਹਦੇ ਵਚਨ ਤੇ ਚੱਲਾਂਗੇ, ਰੂਹ ਸੱਚਾਈ ਔਰ ਵਫਾਦਾਰੀ ਨਾਲ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕੀ ਕੀਤਾ? ਵਾਅਦਾ ਕਰ ਲਿਆ ਕਿ ਅਸੀਂ ਹੁਣ ਜਿੱਦਾਂ ਜਿੱਦਾਂ ਮੂਸਾ ਪ੍ਰਜਾ ਨੂੰ ਕਹੀ ਹੈ, ਸੰਗਤ ਨੂੰ ਕਹੀ ਹੈ, ਉਦਾਂ ਤਾਂ ਮੰਡੀਆਂ ਦੇ ਪਰ ਉਹਨਾਂ ਦੇ ਮਨ 'ਚ ਹੱਲੇ ਵੀ ਸ਼ੱਕ ਸੀ ਕਿ ਵਾਕਈ ਪਰਮੇਸ਼ਰ ਇਹਨਾਂ ਨਾਲ ਗੱਲਬਾਤ ਕਰ ਸਕਦਾ, ਵਾਕਈ ਕਰਦਾ। ਪਰਮੇਸ਼ਰ ਦਿਲਾਂ ਤੇ ਹਿਰਦੇ ਨੂੰ ਜਾਚਣ ਵਾਲਾ ਪਰਮੇਸ਼ਰ ਸੀਗਾ। ਜਿਸ ਤਰ੍ਹਾਂ ਕਈ ਵਾਰ ਜਿਸ ਸ਼ੱਕ 'ਚ ਹੁੰਦੇ ਸਾਡੇ ਜੀਵਨ 'ਚ ਪਰਮੇਸ਼ਰ ਦੀ ਆਸ਼ੀਸ਼, ਪਰਮੇਸ਼ਰ ਦੀ ਹੀਲਿੰਗ ਕੰਮ ਕਿਉਂ ਨਹੀਂ ਕਰਦੀ? ਕਿਉਂਕਿ ਸਾਡੇ ਮਨ ਦੇ ਵਿੱਚ ਉਹ ਵਿਸ਼ਵਾਸ ਨਹੀਂ ਹੁੰਦਾ, ਉਹ ਸਥਿਰਤਾ ਨਹੀਂ ਹੁੰਦੀ। ਹਾਲੇਲੂਇਆ। ਅਸੀਂ ਉਹਨੇ ਦਾ ਪਰਮੇਸ਼ਰ ਨਾਲ ਮੇਲ ਮਿਲਾਪ ਕਰਨੇ ਆ, ਪਰਮੇਸ਼ਰ ਦੀ ਆਸ਼ੀਸ਼ ਨੂੰ ਲੈਣੇ ਆ, ਪਰ ਉਹ ਸਾਡੇ ਜੀਵਨ ਦੇ ਵਿੱਚ ਹੁੰਦੀ ਨਹੀਂ, ਕਿਉਂਕਿ ਸਾਡੇ ਜੀਵਨ ਦੇ ਵਿੱਚ ਵਿਸ਼ਵਾਸ ਦੀ ਕਮੀ ਹੋਣ ਕਾਰਨ, ਪ੍ਰਾਰਥਨਾ ਦੀ ਕਮੀ ਹੋਣ ਕਾਰਨ ਅਸੀਂ ਉਸ ਮਸੀਹ ਨੂੰ, ਉਸ ਵਿਸ਼ਵਾਸ ਦੀ ਸਮਰਥ ਨੂੰ ਨਹੀਂ ਐਕਸੈਪਟ ਕਰ ਪਾਉਂਦੇ। ਹਾਲੇਲੂਇਆ। ਪੜ੍ਹੀਏ ਜੀ। ਫਿਰ ਸਾਰੀ ਪ੍ਰਜਾ ਨੇ ਰਲ ਕੇ ਉੱਤਰ ਦਿੱਤਾ ਅਤੇ ਸਭ ਕੁਝ ਜੋ ਯਹੋਵਾ ਬੋਲਿਆ ਹੈ ਅਸੀਂ ਕਰਾਂਗੇ। ਤਾਂ ਮੂਸਾ ਨੇ ਪ੍ਰਜਾ ਦੀਆਂ ਗੱਲਾਂ ਯਹੋਵਾ ਦੇ ਅੱਗੇ ਰੱਖੀਆਂ ਅਤੇ ਯਹੋਵਾ ਨੇ ਮੂਸਾ ਨੂੰ ਆਖਿਆ, ਵੇਖ ਮੈਂ ਤੇਰੇ ਕੋਲ ਬੱਦਲ ਦੇ ਓਲੇ ਵਿੱਚ ਆਉਂਦਾ ਹਾਂ, ਤਾਂ ਜੋ ਪ੍ਰਜਾ ਗੱਲਾਂ ਸੁਣੇ ਜਿਹੜੀਆਂ ਮੈਂ ਤੇਰੇ ਨਾਲ ਕਰਾਂ, ਨਾਲੇ ਉਹ ਸਦਾ ਲਈ ਤੇਰੇ ਉੱਤੇ ਪ੍ਰਤੀਤ ਕਰੇ। ਹਾਲੇਲੂਇਆ। ਹੁਣ ਇਹੀ ਗੱਲ ਕਰਕੇ ਪਰਮੇਸ਼ਰ ਨੇ ਕਿਹਾ, ਕਹਿੰਦਾ ਦੇਖ ਮੂਸਾ, ਕਹਿੰਦਾ ਹੁਣ ਮੈਂ ਕੀ ਕਰਾਂਗਾ? ਬੱਦਲ ਦੇ ਓਲੇ, ਕਹਿੰਦਾ ਮੈਂ ਆਵਾਂਗਾ ਤੇ ਨਾਲ ਗੱਲਬਾਤ ਕਰਾਂਗਾ ਕਿ ਜਿਹੜੀ ਸਾਰੀ ਪ੍ਰਜਾ ਵਿਸ਼ਵਾਸ ਕਰੇ ਕਿ ਹਾਂ ਜੋ ਫਰਮਾਨ, ਜੋ ਹੁਕਮ ਦਿੰਦਾ ਵਾ ਉਹ ਮੇਰੇ ਠਹਿਰਾਇਆ, ਔਰ ਜੋ ਮੂਸਾ ਅੱਗੇ ਤੁਹਾਨੂੰ ਬੋਲਦਾ ਉਹ ਮੈਂ ਹੀ ਬੋਲਦਾ। ਹਾਲੇਲੂਇਆ। ਕਿ ਵਿਸ਼ਵਾਸ ਕਰ। ਹਾਲੇਲੂਇਆ ਹਾਲੇਲੂਇਆ। ਔਰ ਜਦੋਂ ਅੱਗੇ ਪੜ੍ਹੀਏ, ਯਹੋਵਾ ਨੇ ਮੂਸਾ ਨੂੰ ਆਖਿਆ, ਪ੍ਰਜਾ ਕੋਲ ਜਾ ਅਤੇ ਅੱਜ ਭਲ ਕੇ ਉਹਨਾਂ ਨੂੰ ਪਵਿੱਤਰ ਕਰ। ਹਾਲੇਲੂਇਆ। ਕਹਿੰਦਾ ਪ੍ਰਜਾ ਕੋਲ ਜਾ, ਜਿਹੜੇ ਮੇਰੇ ਉਹਨਾਂ ਨੂੰ ਦੱਸ ਕਿ ਪਰਮੇਸ਼ਰ ਸੁਨੇਹੀ ਪਹਾੜ ਤੇ ਕਹਿੰਦਾ ਬੱਦਲ ਦੇ ਓਲੇ ਆਏਗਾ, ਜਿਹੜੇ ਨੂੰ ਮਿਲਣਾ ਚਾਹੁੰਦੇ ਆ, ਜਿਹੜੀ ਗੱਲਬਾਤ ਕਰਨਾ ਚਾਹੁੰਦੇ ਆ, ਕਹਿੰਦਾ ਕੀ ਕਰ? ਹੁਣ ਪ੍ਰਜਾ ਨੂੰ ਜਾ ਕੇ ਪਵਿੱਤਰ ਕਰ। ਕੀ ਕਰ? पवित्र कर। और सर्वशक्तिमान परमेश्वर के वचन अगे जाके पढ़ांगे। कहता जो यहोवा से मिलना चाहता है, जो परमेश्वर से मिलना चाहता है, कहता 3 दिन पहले अपने आप को पवित्र करे। हालेलुया। की करे? पहलो अपने आप को पवित्र करे। पढ़िए अगे। ਅੱਜ ਭਲ ਕੇ ਉਹਨਾਂ ਨੂੰ ਪਵਿੱਤਰ ਕਰ। ਅੱਜ ਭਲ ਕੇ ਉਹਨਾਂ ਨੂੰ ਪਵਿੱਤਰ ਕਰ ਅਤੇ ਉਹ ਆਪਣੇ ਵਸਤਰ ਧੋਣ। ਉਹ ਆਪਣੇ ਵਸਤਰ ਧੋਣ ਅਤੇ ਤੀਜੇ ਦਿਨ ਲਈ ਤਿਆਰ ਰਹਿਣ। ਕਿਹੜੇ ਦਿਨ ਲਈ ਤਿਆਰ ਰਹਿਣ? ਤੀਜੇ ਦਿਨ ਲਈ ਤਿਆਰ ਰਹਿਣ। ਇੱਥੇ ਕੀ ਕੀਤਾ? ਜਦੋਂ ਪਰਮੇਸ਼ਰ ਨੇ ਕਿਹਾ ਕਿ ਹਾਂ ਮੈਂ ਸਾਰੀ ਪ੍ਰਜਾ ਦੇ ਨਾਲ ਤੇਰੇ ਨਾਲ ਗੱਲਬਾਤ ਕਰਾਂਗਾ, ਬੱਦਲ ਦੇ ਓਲੇ ਆਵਾਂਗਾ,
और 3 दिन पहला की कर सारे नूं पवित्र कर और 3 वार की चल जाण उपवास विच रहण सारे की करना खास दिन ठहरा दिता गया वर्त ठहरा दिता गया ते पवित्रता दे विच रहण लई कह दिता गया हालेलुया कहंदा परमेश्वर कहंदा मूसा इसराइलियां नूं कह प्रजा नूं कह कहंदा जिसने यहोवा से बात करनी है और देखना है कहता हुण उस जगह ते आउणा वा 3 दिन पहला तुसीं अपने आप नूं की करो पवित्र करो तैयार करो समय लई और 3 दिन बाद की करना सी परमेश्वर ने सुनाई पहाड़ ते बदल दे ओले आउणा सी ते मूसा दे नाल बोलना सी उस तों पहला की कहंदा कर सारियां नूं पवित्र कर हालेलुया हालेलुया अगे पढ़िए ਅਤੇ ਤੀਜੇ ਦਿਨ ਲਈ ਤਿਆਰ ਰਹਿਣ ਅਸੀਂ ਤੀਜੇ ਦਿਨ ਲਈ ਤਿਆਰ ਰਹਿਣ ਕਿਉਂਕਿ ਤੀਜੇ ਦਿਨ ਯਹੋਵਾ ਸਾਰੀ ਪ੍ਰਜਾ ਦੀ और तीजे दिन यहोवा सारी प्रजा दी दृष्टि विच सीनै पहाड़ उत्ते उतरेगा सुनई पहाड़ उत्ते की करेगा तीजे दिन ਅਸੀਂ ਪਹਿਲੋਂ ਐਤ ਕਿਹੜੀ ਪੜ੍ਹੀ ਸੀ ਯਹੋਵਾ ਨੇ ਮੂਸਾ ਨੂੰ ਆਖਿਆ ਯਹੋਵਾ ਨੇ ਮੂਸਾ ਨੂੰ ਆਖਿਆ ਪ੍ਰਜਾ ਕੋਲ ਜਾ ਪ੍ਰਜਾ ਕੋਲ ਜਾ ਅੱਜ ਅਤੇ ਭਲਕੇ ਉਹਨਾਂ ਨੂੰ ਪਵਿੱਤਰ ਕਰ ਅੱਜ ਤੇ ਭਲਕੇ ਉਹਨਾਂ ਨੂੰ ਕੀ ਕਰ पवित्र कर ਅਸੀਂ ਯੋਲ ਨਬੀ ਦੀ ਕਿਤਾਬ ਚ ਕੀ ਪੜਿਆ ਸੀਗਾ ਕਿ ਧੁਰੀ ਫੂਕੋ ਪਵਿੱਤਰ ਵਰਤ ਰੱਖੋ ਤੇ ਇੱਕ ਸਭਾ ਇੱਕ ਖਾਸ ਦਿਨ ਠਹਿਰਾਓ ਇੱਥੇ ਕੀ ਦੇਖਦੇ ਆ ਕਿ ਪਰਮੇਸ਼ਰ ਨੇ ਮੂਸਾ ਦੁਆਰਾ ਇੱਕ ਪਵਿੱਤਰ ਦਿਨ ਠਹਿਰਾਇਆ 30 ਦਿਨਾਂ ਦੇ ਬਾਅਦ ਔਰ ਪ੍ਰਜਾ ਨੂੰ ਪਵਿੱਤਰ ਵਰਤ ਵਿੱਚ ਰਹਿਣ ਲਈ ਕਿਹਾ ਕਿ ਅਸੀਂ ਪਰਮੇਸ਼ਰ ਨਾਲ ਮੇਲ ਮਿਲਾਪ ਕਰਨਾ ਸੀ ਸੰਬੰਧ ਨੂੰ ਅੱਗੇ ਵਧਾਉਣਾ ਵਾ ਜੋ ਮੇਰੀ ਆਵਾਜ਼ ਨੂੰ ਸੁਣਨਾ ਚਾਹੁੰਦੇ ਆ ਪਹਿਲੋਂ ਆਪਣੇ ਆਪ ਨੂੰ ਪਵਿੱਤਰ ਕਰੋ ਕਿਉਂਕਿ ਉਹ ਕੌਣ ਆ ਉਹ ਪਵਿੱਤਰ ਆ ਕਹਿੰਦਾ ਜਿਸ ਤਰ੍ਹਾਂ ਤੇਰਾ ਬਣਾਉਣ ਵਾਲਾ ਪਵਿੱਤਰ ਉਸ ਤਰ੍ਹਾਂ ਤੂੰ ਵੀ ਹੋ ਪਵਿੱਤਰ ਹੋ ਹਾਲੇਲੂਇਆ ਅੱਗੇ ਪੜੀਏ ਕਿੰਨੀ ਬੜੀ ਸੱਤ ਪੜੀ ਗਿਆ ਅਤੇ ਤੀਜੇ ਦਿਨ ਲਈ ਤਿਆਰ ਰਹਿ ਅਤੇ ਤੀਜੇ ਦਿਨ ਲਈ ਤਿਆਰ ਰਹਿ ਕਿਉਂਕਿ ਤੀਜੇ ਦਿਨ ਯਹੋਵਾ ਸਾਰੀ ਪ੍ਰਜਾ ਦੀ ਦ੍ਰਿਸ਼ਟ ਵਿੱਚ ਸਾਰੀ ਪ੍ਰਜਾ ਦੀ ਦ੍ਰਿਸ਼ਟ ਵਿੱਚ ਸੀनै ਪਹਾੜ ਦੇ ਉੱਤੇ ਉਤਰੇਗਾ ਸੀनै ਪਹਾੜ ਦੇ ਉੱਤੇ ਹਾਲੇਲੂਇਆ ਹਾਲੇਲੂਇਆ ਤਾਂ ਮੂਸਾ ਪਹਾੜ ਤੋਂ ਪ੍ਰਜਾ ਕੋਲ ਉਤਰਿਆ ਤਾਂ ਮੂਸਾ ਪਹਾੜ ਤੇ ਕੀ ਪ੍ਰਜਾ ਕੋਲ ਉਤਰਿਆ ਅਤੇ ਪ੍ਰਜਾ ਨੂੰ ਪਵਿੱਤਰ ਕੀਤਾ ਅਤੇ ਪ੍ਰਜਾ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਦੇ ਆਪਣੇ ਵਸਤਰ ਧੋਤੇ ਅਤੇ ਉਹਨਾਂ ਦੇ ਤਾਂ ਆਪਣੇ ਵਸਤਰ ਧੋਤੇ ਫਿਰ ਉਸਨੇ ਪ੍ਰਜਾ ਨੂੰ ਆਖਿਆ ਫਿਰ ਪ੍ਰਜਾ ਨੂੰ ਆਖਿਆ ਤੀਜੇ ਦਿਨ ਤਿਆਰ ਰਹੋ ਤੀਸਰੇ ਦਿਨ ਤਿਆਰ ਹੋ ਉਸ ਖਾਸ ਲਈ ਤਿਆਰ ਰਹੋ ਅਤੇ ਤੀਵੀ ਦੇ ਨੇੜੇ ਨਾ ਜਾਓ ਅਤੇ ਹਰ ਕੋਈ ਆਪਣੇ ਤੀਵੀ ਦੇ ਨੇੜੇ ਨਾ ਜਾਵੇ ਹਰ ਕੋਈ ਕੀ ਜਾਵੇ ਤੀਵੀ ਦੇ ਨੇੜੇ ਨਾ ਜਾਵੇ ਉਹ ਪਵਿੱਤਰਤਾ ਵਿੱਚ ਰਵੇ ਵਰਤ ਵਿੱਚ ਰਵੇ ਜਿਸ ਤਰ੍ਹਾਂ ਆਪਾਂ ਪਵਿੱਤਰ ਭੋਜ ਨੂੰ ਗ੍ਰਹਿਣ ਕਰਦੇ ਆ ਕਿਉਂ 3 ਦਿਨ ਪਹਿਲਾਂ ਵਰਤ ਲਈ ਕਿਹਾ ਜਾਂਦਾ ਕਿ ਜਿਸ ਨੇ ਪਰਮੇਸ਼ਰ ਦੇ ਔਰ ਲਹੂ 'ਚ ਸ਼ਾਮਲ ਹੋਣਾ 3 ਦਿਨ ਪਹਿਲਾਂ ਆਪਣੇ ਆਪ ਨੂੰ ਕੀ ਕਰੇ ਪਵਿੱਤਰ ਕਰੇ ਪਵਿੱਤਰ ਵਰਤ 'ਚ ਰਵੇ ਪ੍ਰਾਰਥਨਾ 'ਚ ਰਵੇ ਕਿਉਂਕਿ ਅਸੀਂ ਪਰਮੇਸ਼ਰ ਇੱਥੇ ਕੀ ਕਰਨ ਆਉਂਦੇ ਆ ਮੇਲ ਮਿਲਾਪ ਕਰਨ ਆਉਂਦੇ ਅਸੀਂ ਪਰਮੇਸ਼ਰ ਨਾਲ ਆਪਣੇ ਸੰਬੰਧ ਨੂੰ ਕੀ ਹੋਰ ਗੂੜਾ ਕਰਨ ਆਉਂਦੇ ਹਾਲੇਲੂਇਆ ਪੜ੍ਹੀਏ ਫਿਰ ਉਸਨੇ ਪ੍ਰਜਾ ਨੂੰ ਆਖਿਆ ਫਿਰ ਪ੍ਰਜਾ ਨੂੰ ਆਖਿਆ ਉਹਨੇ ਤੀਜੇ ਦਿਨ ਤਿਆਰ ਰਹੋ ਤੀਸਰੇ ਦਿਨ ਤਿਆਰ ਹੋ ਅਤੇ ਤੀਵੀ ਦੇ ਨੇੜੇ ਨਾ ਜਾਓ ਤੇ ਤੀਵੀ ਦੇ ਨੇੜੇ ਨਾ ਜਾਓ ਇੰਜ ਹੋਇਆ ਕਿ ਜਦ ਤੀਜੇ ਦਿਨ ਸਵੇਰਾ ਹੋਇਆ ਜਦ ਤੀਸਰੇ ਦਿਨ ਸਵੇਰਾ ਜਿਹੜਾ ਖਾਸ ਦਿਨ ਠਹਿਰਾਇਆ ਗਿਆ ਸੀਗਾ ਤਾਂ ਗਰਜਾਂ ਹੋਈਆਂ ਤੇ ਗਰਜਾਂ ਹੋਈਆਂ ਲਿਸ਼ਕਾਂ ਪਈਆਂ ਲਿਖਾਂ ਹੋਈਆਂ ਇੱਕ ਕਾਲਾ ਬੱਦਲ ਪਹਾੜ ਉੱਤੇ ਸੀ ਅਤੇ ਧੂਰੀ ਦੀ ਆਵਾਜ਼ ਬਹੁਤ ਉੱਚੀ ਸੀ ਅਤੇ ਧੂਰੀ ਦੀ ਆਵਾਜ਼ ਬਹੁਤ ਉੱਚੀ ਸੀ ਅਤੇ ਜਿੰਨੇ ਲੋਕ ਡੇਰੇ ਵਿੱਚ ਸਨ ਕੰਬ ਗਏ ਅਤੇ ਜਿੰਨੇ ਲੋਕ ਡੇਰੇ ਵਿੱਚ ਸੀ ਕੰਬ ਗਏ ਅੱਗੇ ਮੂਸਾ ਲੋਕਾਂ ਨੂੰ ਪਰਮੇਸ਼ਰ ਨਾਲ ਮਿਲਣ ਲਈ ਤੇ ਮੂਸਾ ਪਰ ਲੋਕਾਂ ਨੂੰ ਪਰਮੇਸ਼ਰ ਨਾਲ ਮਿਲਣ ਲਈ ਤੇਰੇ ਤੋਂ ਬਾਹਰ ਲੈ ਆਇਆ ਤੇਰੇ ਤੋਂ ਬਾਹਰ ਲੈ ਕੇ ਆਇਆ ਅਤੇ ਉਹ ਪਹਾੜ ਦੇ ਹੇਠਾਂ ਖਲੋ ਗਏ ਤੇ ਪਹਾੜ ਦੇ ਹੇਠਾਂ ਖਲੋ ਗਏ ਅਤੇ ਸਾਰੇ ਸੀਨੀ ਪਹਾੜ ਤੋਂ ਧੂਆਂ ਨਿਕਲਦਾ ਸੀ ਅਤੇ ਸਾਰੇ ਸੁਨੇਹੀ ਪਹਾੜ ਤੋਂ ਧੂਆਂ ਨਿਕਲ ਰਿਹਾ ਸੀ ਜੋ ਯਹੋਵਾ ਅੱਗ ਵਿੱਚ ਉਸ ਦੇ ਉੱਤੇ ਉਤਰਿਆ ਕਿਉਂਕਿ ਯਹੋਵਾ ਪਰਮੇਸ਼ਰ ਧਰਤੀ ਆਕਾਸ਼ ਦਾ ਪਰਮੇਸ਼ਰ ਅੱਗ ਉੱਤੇ ਕੀ ਜੋ ਸੁਨੇਹੀ ਪਹਾੜ ਤੇ ਉਤਰਿਆ ਸੀ ਅੱਗ ਵਿੱਚ
ਅਤੇ ਭੱਠੀ ਵਰਗਾ ਧੂਆਂ ਅਤੇ ਭੱਠੀ ਵਰਗਾ ਧੂਆਂ ਉਸ ਦੇ ਉੱਤੇ ਉੱਠ ਰਿਹਾ ਸੀ ਉਸ ਉੱਤੇ ਉੱਠ ਰਿਹਾ ਸੀ ਅਤੇ ਸਾਰਾ ਪਹਾੜ ਕੰਬ ਰਿਹਾ ਸੀ। ਅਤੇ ਸਾਰਾ ਪਹਾੜ ਕੀ ਕਰ ਰਿਹਾ ਸੀਗਾ? ਕੰਬ ਰਿਹਾ ਸੀਗਾ। ਦੇਖੋ, ਜਿਸ ਪਹਾੜ ਤੇ ਪਰਮੇਸ਼ਰ ਦਾ ਆਗਮਨ ਹੋਇਆ, ਦੇਖੋ ਪਹਾੜ ਵੀ ਕੀ ਕੰਬ ਰਿਹਾ ਸੀ। ਅੱਜ ਲੋਕ ਪਰਮੇਸ਼ਰ ਡਰ ਭੈ ਨਹੀਂ ਰੱਖਦੇ, ਅੱਜ ਲੋਕ ਨਹੀਂ ਕੰਬਦੇ, ਪਰ ਉੱਥੇ ਅਸੀਂ ਕੀ ਦੇਖਦੇ ਹਾਂ? ਸਨੇਹੀ ਪਹਾੜ ਵੀ ਕੀ ਕੰਬ ਰਿਹਾ ਸੀਗਾ ਜਦੋਂ ਪਰਮੇਸ਼ਰ ਉੱਤੇ ਧਰਤੀ ਕੀ ਥਰਥਰਾਉਂਦੀ ਸੀ। ਹਾਲੇਲੂਇਆ, ਹਾਲੇਲੂਇਆ। ਪਰ ਇਸ ਵਚਨ 'ਚ ਕੀ ਦੇਖਦੇ ਆ ਕਿ ਮੂਸਾ ਨੂੰ ਪਰਮੇਸ਼ਰ ਇੱਕ ਖਾਸ ਦਿਨ ਲਈ ਠਹਿਰਾਇਆ ਔਰ ਕਹਿੰਦਾ ਜਿਹੜੇ ਮੇਰੇ ਨਾਲ ਮਿਲਣਾ ਚਾਹੁੰਦੇ ਆ, ਜੋ ਮੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ, ਜਾਂ ਮੇਰੇ ਸੰਬੰਧ ਨੂੰ ਕਾਇਮ ਰੱਖਣਾ ਚਾਹੁੰਦੇ ਆ, ਜਾਂ ਮੇਰੇ ਨਾਲ ਮੇਲ ਮਿਲਾਪ ਕਰਨਾ ਚਾਹੁੰਦੇ ਆ, ਜਾਂ ਮੇਰੇ ਨਾਮ ਵਿੱਚ ਅੱਗੇ ਵਧਣਾ ਚਾਹੁੰਦੇ ਆ, ਆਪਣੇ ਆਪ ਨੂੰ ਕੀ ਕਰਨ? ਪਵਿੱਤਰ ਕਰਨ। ਹਾਲੇਲੂਇਆ, ਹਾਲੇਲੂਇਆ। वो परमेश्वर की भेद है, क्या भयानक है। वो आज्ञा पसंद करने वाला परमेश्वर है। उन्हें सानू किहदे विच सद्दिया? पवित्रता दे विच। हालेलुया, हालेलुया। और धुरी की आवाज उच्ची दी उच्ची हुंदी जा रही सी जदों परमेश्वर दा आगमन होया। असीं उत्थे इक धुरी की आवाज भी सुनते हैं। हालेलुया। और एक धुरी की आवाज हुई, सर्वशक्तिमान परमेश्वर पहाड़ से उतरिया और उस तो पहला उन्हें हुक्म दिता कि जो यहोवा परमेश्वर से मिलना चाहता है, जिसकी आवाज को सुनना चाहता है, 3 दिन पहले अपने आप को पवित्र करे। पवित्रता कितना परमेश्वर ਨਾਲ ਮੇਲ ਮਿਲਾਪ ਕਰ ਸਕਦੇ ਹਾਂ? ਪਵਿੱਤਰਤਾ ਦੇ ਵਿੱਚ, ਇੱਕ ਖਾਸ ਦਿਨ ਵਿੱਚ, ਇੱਕ ਖਾਸ ਸਮੇਂ ਵਿੱਚ ਉਹਦੀ संगति जा के। तो कदे वचन में लिखा जो प्रभु की संगति में रहता है वो प्रभु के साथ एक आत्मा हो जाता है। हालेलुया, हालेलुया। ये खास दिन परमेश्वर ने देता था सब्बत। क्यों इकट्ठे होने से, क्यों इस जगह पे होने? क्योंकि परमेश्वर के नाल सी मेल मिलाप करना, अपने संबंध को पूरा करने लई और परमेश्वर ने की असीं गलबात करना। हालेलुया, 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 हालेलुया। क्योंकि परमेश्वर के वचन च लिखा पहला पतरस 1:15 विच कहंदा जिवें तेरा बनाउण वाला सद्दण वाला पवित्र आ, उसे तरह तुम की हो? पवित्र हो। हालेलुया। देखो, जिवें तुहाडा सद्दण वाला पवित्र है, तुसी आप भी तिवें ही अपनी सारी चाल विच पवित्र बनो। सर्वशक्तिमान परमेश्वर के वचन लिखा कहता जिस तरह तेरा बनाउण वाला पवित्र है, कहता उसे तरह तुसी भी अपनी चाल विच की रहो? पवित्र रहो। जे तुसी परमेश्वर के नाम विच अपना संबंध नूं पूरा करना चाहुंदे आ, जे परमेश्वर के नाम विच वधना चाहुंदे आ, उहदे वचन च वधना चाहुंदे आ, तां तुहानूं की करना पऊ? तुहानूं पवित्रता दे विच रहना पਊਗਾ। तुहानूं हर एक पाप, हर बुराई के कोलों, हर एक ऐसे पाप कोलों दूर रहना चाहिए पवेगा। हालेलुया, 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 हालेलुया। क्योंकि जिस तरह कहता तेरा बनाउण वाला पवित्र, तेरा सद्दण वाला पवित्र आ, उस तरह तुम की हो? पवित्र हो। हालेलुया, 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 हालेलुया। क्योंकि आज असी अंदरूनी तौर पर पवित्र होने चाहिए और बाहरी सरीरक तौर पर भी पवित्र होने चाहिए। आज इंसान 2 तरीके नाल पाप कर रहा है, अंदरूनी तौर पर सरीरक तौर पर ना। हालेलुया। तां ही वो कहता परमेश्वर की कृपा तो दूर है, कहता तुसीं तुहानूं कहता मेरी अखियां तो किहने दूर किया? पाप ते बुराई कि तुहाडीआं दुआवां, तुहाडीआं प्रार्थना मेरे तक ना पहुंचण। हालेलुया, हालेलुया। आज इंसान अंदरूनी तौर पे और बाहरी तौर पे पाप कर रहा वा, क्योंकि अखां दे नाल, जबान दे नाल, हिरदे दे अंदर
ਕਿਉਂਕਿ ਪਰਮੇਸ਼ਰ ਦੇ ਅੰਦਰੋਂ ਜੋ ਨਿਕਲਦਾ ਕੀ ਆ ਉਹੀ ਉਹਨੂੰ ਭ੍ਰਿਸ਼ਟ ਕਰਦਾ ਵਾ। ਜੋ ਸਾਡੇ ਅੰਦਰੋਂ ਨਿਕਲਦਾ ਉਹ ਸਾਨੂੰ ਭ੍ਰਿਸ਼ਟ ਕਰਦਾ ਵਾ। ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਵਿੱਤਰ ਆਤਮਾ ਦੇ ਹੈਕਲ ਹੋ, ਜੋ ਇਸ ਨੂੰ ਭ੍ਰਿਸ਼ਟ ਕਰਦੇ ਆ। ਹਾਲੇਲੂਇਆ, ਹਾਲੇਲੂਇਆ। ਅਸੀਂ ਵਚਨ ਪੜਾਂਗੇ, ਪੜ੍ਹੀਏ ਕਿੰਨੀਆਂ ਤੇ? ਪਹਿਲਾ ਕੁਰਿੰਥੀਆਂ 6:18। ਪਹਿਲਾ ਕੁਰਿੰਥੀਆਂ 6:18। ਹਰਾਮਕਾਰੀ ਤੋਂ ਭੱਜੋ, ਹਰਾਮਕਾਰੀ ਤੋਂ ਭੱਜੋ ਅਤੇ ਹਰੇਕ ਪਾਪ ਜੋ ਮਨੁੱਖ ਕਰਦਾ ਹੈ, ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਸਰੀਰ ਦੇ ਬਾਹਰ ਆ। ਪਰ ਜਿਹੜਾ ਹਰਾਮਕਾਰੀ ਕਰਦਾ ਜਿਹੜਾ ਹੈ, ਹਰਾਮਕਾਰੀ ਕਰਦਾ, ਜਿਹੜਾ ਵਿਚਾਰ ਕਰਦਾ, ਜਿਹੜਾ ਅੰਦਰ ਸੋਚ ਹੈ ਗੰਦੀ ਸਾਡੇ, ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ। ਉਹ ਆਪਣੇ ਸਰੀਰ ਦਾ ਕੀ ਕਰਦਾ ਹੈ? ਪਾਪ ਕਰਦਾ ਹੈ। ਸਰੀਰਕ ਤੌਰ ਤੇ ਕੀ ਪਾਪ ਕਰਦੇ? ਅਸੀਂ ਅਲੱਗ-ਅਲੱਗ ਤਰ੍ਹਾਂ ਚੋਰੀ ਕਰ ਸਕਦੇ ਹਾਂ, ਅਸੀਂ ਕੋਈ ਜਿਹੜਾ ਸੋਚਿਆ ਉਸ ਨੂੰ ਸਿਰੇ ਚਾੜ ਸਕਦੇ ਹਾਂ। ਸਰੀਰਕ ਤੌਰ ਤੇ ਅਸੀਂ ਜਾ ਕੇ ਚੱਲ ਕੇ ਅਸੀਂ ਆਪਣੇ ਹੱਥਾਂ ਦੇ ਨਾਲ, ਪਰ ਅੰਦਰੂਨੀ ਤੌਰ ਤੇ ਵੀ ਅਸੀਂ ਕਿਸੇ ਲਈ ਮਾੜਾ ਸੋਚਦੇ ਹਾਂ। ਅਸੀਂ ਗਲਤ ਗੱਲ ਸੋਚ ਲੈਂਦੇ ਹਾਂ, ਅਸੀਂ ਕੋਈ ਵਿਚਾਰ ਕਰਦੇ ਮਨ ਦੇ ਵਿੱਚ ਗੰਦਗੀ ਸੋਚ ਦਿੰਦੇ ਹਾਂ, ਅਸੀਂ ਕਿਸੇ ਵਿਰੁੱਧ ਅਸੀਂ ਗੰਦੀ ਸੋਚ ਰੱਖਦੇ ਹਾਂ। ਇਹ ਸਾਨੂੰ ਦੋ ਤਰੀਕੇ ਨਾਲ ਕੀ ਕਰ ਅਪਵਿੱਤਰ ਕਰ ਦਿੰਦੀ ਹੈ। ਹਾਲੇਲੂਇਆ, 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 ਹਾਲੇਲੂਇਆ। ਹਾਲੇਲੂਇਆ। ਪਰ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਕਹਿੰਦਾ ਕਿ ਤੁਸੀਂ ਨਹੀਂ ਜਾਣਦੇ ਤੁਸੀਂ ਮਸੀਹ ਦੇ ਕੀ ਆ? ਅੰਗ ਆ। ਕਿਉਂਕਿ ਜਿਹੜਾ ਤੁਹਾਡਾ ਸੱਦਣ ਵਾਲਾ ਵਾ ਉਹ ਪਵਿੱਤਰਤਾ ਦੇ ਵਿੱਚ ਆ, ਕਰੂਸ ਤੇ ਜਾਨ ਦਿੱਤੀ ਆ, ਉਹਦੇ ਉੱਤੇ ਕੋਈ ਪਾਪ ਨਹੀਂ ਸਾਬਤ ਹੋਇਆ, ਉਹਨੇ ਕੋਈ ਪਾਪ ਨਹੀਂ ਕੀਤਾ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਤੁਸੀਂ ਕੀ ਆ? ਮਸੀਹ ਦੇ ਅੰਗ ਆ। ਕੀ ਤੁਸੀਂ ਆਪਣੇ ਅੰਗਾਂ ਨੂੰ ਕੰਜਰੀ ਦੇ ਅੰਗ ਬਣਾਉਂਗੇ? ਕੰਜਰੀ ਨੂੰ ਵੇਸ਼ਿਆ ਕਹਿੰਦੇ ਆ। ਹਾਲੇਲੂਇਆ, 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 ਹਾਲੇਲੂਇਆ। ਪਹਿਲਾ ਕੁਰਿੰਥੀਆਂ 6:9। ਅਥਵਾ ਤੁਸੀਂ ਨਹੀਂ ਜਾਣਦੇ ਕਿ ਜੋ ਧਰਮੀ ਲੋਕ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਅੱਜ ਅਸੀਂ ਚਾਹੁੰਦੇ ਹਾਂ ਕਿ ਅਸੀਂ ਪਰਮੇਸ਼ਰ ਨਾਲ ਮੇਲ ਮਿਲਾਪ ਕਰੀਏ, ਅਸੀਂ ਉਹਦਾ ਸੰਬੰਧ ਨੂੰ ਕਾਇਮ ਰੱਖਣਾ ਚਾਹੁੰਦੇ, ਅਸੀਂ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਅਸੀਂ ਉਹਦਾ ਧੀਆਂ ਪੁੱਤਰ ਬਣਨਾ ਚਾਹੁੰਦੇ ਹਾਂ। ਪਰ ਪਰਮੇਸ਼ਰ ਦੇ ਵਚਨ ਲਿਖਿਆ ਕੋਈ ਧਰਮੀ, ਕੋਈ ਪਾਪ ਕਰਨ ਵਾਲਾ, ਕੋਈ ਪਾਪ ਦੇ ਕੰਮ ਕਰਨ ਵਾਲਾ ਪਰਮੇਸ਼ਰ ਦੇ ਰਾਜ ਦੇ ਵਿੱਚ ਕੀ ਨਹੀਂ ਹੋਏਗਾ? ਅਧਿਕਾਰੀ ਨਹੀਂ ਹੋਏਗਾ। ਪੜ੍ਹੀਏ ਦੁਬਾਰਾ। ਅਥਵਾ ਤੁਸੀਂ ਨਹੀਂ ਜਾਣਦੇ, ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ, ਜੋ ਕੁਧਰਮੀ ਲੋਕ ਜੋ ਪਾਪ ਕਰਦੇ ਆ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ, ਨਹੀਂ ਹੋਣਗੇ। ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਜਿਹੜੇ ਪਾਪ ਔਰ ਕੁਧਰਮ ਕਰਦੇ। ਪੜ੍ਹੀਏ ਕਿ ਧੋਖਾ ਨਾ ਖਾਓ, ਧੋਖਾ ਨਾ ਖਾਓ, ਨਾ ਹਰਾਮ का, ਨਾ ਹਰਾਮ ਦਾ, ਨਾ ਮੂਰਤੀ ਪੂਜਾ, ਨਾ ਮੂਰਤੀ ਪੂਜਕ, ਨਾ ਜਨਾਕਾਰ, ਨਾ ਜਨਾਕਾਰ, ਨਾ ਜਨਾਨੜੇ, ਨਾ ਜਨਾਂਗੜੇ, ਨਾ ਮੁੰਡੇਬਾਜ਼, ਨਾ ਮੁੰਡੇਬਾਜ਼, ਨਾ ਚੋਰ, ਨਾ ਚੋਰ, ਨਾ ਲੋਭੀ, ਨਾ ਲੋਭੀ, ਨਾ ਸ਼ਰਾਬੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਨਾ ਲੁਟੇਰੇ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਹੋਣਗੇ। ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਜਿਹੜੇ ਪਾਪ ਦੇ ਕੰਮ ਕਰਦੇ ਆ, ਜਿਹੜੇ ਕੁਧਰਮ ਦੇ ਕੰਮ ਕਰਦੇ ਆ, ਇਹ ਲੋਕ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਉਹਨਾਂ ਸੰਬੰਧ ਨਹੀਂ ਲੈਣਗੇ, ਨਾ ਉਹਨਾਂ ਗੱਲਬਾਤ ਕਰਨਗੇ। ਹਾਲੇਲੂਇਆ, ਹਾਲੇਲੂਇਆ। ਇਹ ਲੋਕ ਪਰਮੇਸ਼ਰ ਨਾਲ ਸੰਬੰਧ ਕਾਇਮ ਨਹੀਂ ਰਹਿਣਗੇ। ਇਹਨਾਂ ਦੇ ਲੋਕਾਂ ਦੇ ਜਿਹੜੇ ਪਾਪ ਦੇ ਕੰਮ ਹੈ, ਜਿਹੜੇ ਇਹ ਪਾਪ ਦੇ ਕੰਮਾਂ ਨੂੰ ਪਸੰਦ ਕਰਦੇ ਆ, ਉਹ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ, ਨਹੀਂ ਹੋਣਗੇ। ਹਾਲੇਲੂਇਆ, 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 ਹਾਲੇਲੂਇਆ। ਅਤੇ ਤੁਹਾਡੇ ਵਿੱਚੋਂ ਕਈ ਇਹੋ ਜਿਹੇ ਹਨ, ਤੁਹਾਡੇ ਵਿੱਚੋਂ ਕਈ ਇਹੋ ਜਿਹੇ ਹਨ, ਪ੍ਰਭੂ ਯੀਸ਼ੂ ਮਸੀਹ ਦੇ ਨਾਮ ਤੋਂ, ਪ੍ਰਭੂ ਯੀਸ਼ੂ ਮਸੀਹ ਦੇ ਨਾਮ ਤੋਂ, ਸਾਡੇ ਪਰਮੇਸ਼ਰ ਦੇ ਆਤਮਾ ਤੋਂ, ਸਾਡੇ ਪਰਮੇਸ਼ਰ ਦੀ ਆਤਮਾ ਤੋਂ ਤੁਸੀਂ ਧੋਤੇ ਗਏ ਹੋ। ਤੁਸੀਂ ਕੀ ਆ? ਧੋਤੇ ਗਏ। ਹਾਲੇਲੂਇਆ। ਤੁਸੀਂ ਆਇਤ ਛੱਡ ਕੇ ਮੇਰੇ ਨਾਲ ਜਿਹੜੀ 6 ਦੀ 10 ਜਾਂ 15 ਕੀ ਤੁਸੀਂ ਇਹ ਨਹੀਂ ਜਾਣਦੇ, ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਹਾਡੇ ਸਰੀਰ, ਤੁਸੀਂ ਮਸੀਹ ਦੇ ਅੰਗ ਸਨ, ਤੁਸੀਂ ਮਸੀਹ ਦੇ ਅੰਗ ਆ,
ਸੋ ਕੀ ਮੈਂ ਮਸੀਹ ਦੇ ਅੰਗ ਲੈ ਕੇ ਕੀ ਮਸੀਹ ਦੇ ਮੈਂ ਅੰਗ ਲੈ ਕੇ ਕੰਜਰੀ ਦੇ ਅੰਗ ਬਣਾਵਾਂ? ਕੀ ਤੁਸੀਂ ਮਸੀਹ ਦੇ ਅੰਗਾਂ ਨੂੰ ਵੈਸ਼ਿਆ ਦੇ ਅੰਗ ਬਣਾਓਗੇ, ਕਿਸੇ ਦੀ ਪਾਪ ਦੇ ਅੰਗ ਬਣਾਓਗੇ? ਕਦੇ ਨਹੀਂ। ਕਦੇ ਨਹੀਂ। ਹਾਲੇਲੂਇਆ। ਹਾਲੇਲੂਇਆ। ਕਦੇ ਵੀ ਨਹੀਂ, ਕਿਉਂਕਿ ਤੁਸੀਂ ਪ੍ਰਭੂ ਯੀਸ਼ੂ ਦੇ ਲਹੂ ਨਾਲ ਮੁੱਲ ਲੈ ਗਏ। ਹਾਲੇਲੂਇਆ। ਕਿੰਨਾ ਲੈ ਕੇ ਮੁੱਲ? ਪ੍ਰਭੂ ਯੀਸ਼ੂ ਦੇ ਲਹੂ ਦੇ ਨਾਲ ਮੁੱਲ ਲੈ ਗਏ ਆ। ਹਾਲੇਲੂਇਆ। ਕੀ ਤੁਸੀਂ ਇਹ ਨਹੀਂ ਜਾਣਦੇ ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਆ ਤੁਸੀਂ ਕੀ ਆ? ਹਾਲੇਲੂਇਆ। 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 ਹਾਲੇਲੂਆ। ਹਾਲੇਲੂਇਆ। ਜਿਹੜੀ ਪੁਰਾਣੀ ਕਿੰਨੀਆਂ ਰੁਪਏ ਲੱਗਿਆ? ਪਹਿਲਾ ਕੁਰਿੰਥੀਆਂ 6:11। ਪਹਿਲਾ ਕੁਰਿੰਥੀਆਂ 6:11 ਚ ਪੜ੍ਹੀਏ। ਅਤੇ ਤੁਹਾਡੇ ਵਿੱਚੋਂ ਕਈ ਇਹੋ ਜਿਹੇ ਹਨ, ਤੁਹਾਡੇ ਵਿੱਚੋਂ ਕਈ ਇਹੋ ਜਿਹੇ ਹਨ, ਪਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਤੋਂ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ਰ ਦੇ ਆਤਮਾ ਤੋਂ ਸਾਡੇ ਅਤੇ ਤੁਹਾਡੇ ਵਿੱਚੋਂ ਕਈ ਇਹੋ ਜਿਹੇ ਸਨ, ਤੁਹਾਡੇ ਵਿੱਚੋਂ ਕਈ ਇਹੋ ਜਿਹੇ ਸਨ, ਪਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਤੋਂ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ਰ ਦੇ ਆਤਮਾ ਤੋਂ ਸਾਡੇ ਪਰਮੇਸ਼ਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ। ਤੁਸੀਂ ਕੀ ਆ? ਧੋਤੇ ਗਏ, ਤੁਸੀਂ ਸਾਫ਼ ਕੀਤੇ ਗਏ। ਹਾਲੇਲੂਇਆ। ਹਾਲੇਲੂਇਆ। ਅਸੀਂ ਕੀ ਆ? ਅਸੀਂ ਪਰਮੇਸ਼ਰ ਦੇ ਪਵਿੱਤਰ ਲਹੂ ਦੇ ਨਾਲ ਖਰੀਦੇ ਹੋਏ ਲੋਕ ਆ, ਔਰ ਉਹਦੇ ਪਵਿੱਤਰ ਲਹੂ ਦੇ ਦੁਆਰਾ ਸਾਫ਼ ਕੀਤੇ ਲੋਕ ਆ। ਅਸੀਂ ਪਵਿੱਤਰ ਕੀਤੇ ਲੋਕ। ਹਾਲੇਲੂਇਆ। 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 ਔਰ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਪਵਿੱਤਰਤਾ ਦੇ ਵਿੱਚ ਲੈ ਕੇ ਪਰਮੇਸ਼ਰ ਦੇ ਵਚਨ ਦੇ ਅੰਦਰ ਲੈ ਕੇ ਆਈਏ, ਉਹਦੇ ਹੁਕਮ ਦੇ ਅੰਦਰ ਲੈ ਕੇ ਆਈਏ, ਨਾ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਬਾਰ-ਬਾਰ ਤੋੜੀਏ, ਅਣਗਿਆ ਕਰੀਏ, ਪਾਪ ਕਰੀਏ, ਬੁਰਾਈ ਕਰੀਏ। ਹਾਲੇਲੂਇਆ। 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 ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਜਿਹਨੇ ਮੇਰੇ ਨਾਲ ਗੱਲਬਾਤ ਕਰਨੀ ਆ ਉਹ ਪਵਿੱਤਰਤਾ ਹੀ ਚਾਹੇ, ਨਾ ਕਿ ਉਹ ਪਾਪ ਔਰ ਬੁਰਾਈ ਦੇ ਵਿੱਚ ਆਵੇ, ਨਾ ਕਿ ਕੁਧਰਮ ਵਿੱਚ ਆਵੇ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਸਾਨੂੰ ਪਵਿੱਤਰਤਾ ਵਿੱਚ ਸੱਦਿਆ ਵਾ, ਔਰ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਰ ਦੇ ਹੁਕਮਾਂ ਦੇ ਵਚਨ ਦੀ ਆਗਿਆਕਾਰੀ ਕਰੀਏ, ਔਰ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣੀਏ ਕਿ ਪਰਮੇਸ਼ਰ ਸਾਡੇ ਤੋਂ ਚਾਹੁੰਦਾ ਕੀ ਆ, ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਕੀ ਆ, ਔਰ ਉਹ ਵਚਨ ਕੀ ਕਰਨ ਲਈ ਕਹਿੰਦਾ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਇੱਕ ਸਬਤ ਦਾ ਦਿਨ ਖਾਸ ਠਹਿਰਾਇਆ ਹੁੰਦਾ ਵਾ, ਔਰ ਅਸੀਂ ਉਸ ਦਿਨ ਕੀ ਆਪਣੇ ਆਪ ਨੂੰ ਪੂਰੀ ਅਧੀਨਗੀ ਪਵਿੱਤਰਤਾ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ 'ਚ ਪੇਸ਼ ਕਰਨਾ, ਕਿ ਅਸੀਂ ਪਰਮੇਸ਼ਰ ਨਾਲ ਗੱਲਬਾਤ ਕਰ ਸਕੀਏ, ਉਹਦੇ ਵਚਨ ਨੂੰ ਗ੍ਰਹਿਣ ਕਰ ਸਕੀਏ, ਉਹਦੀ ਹੀਲਿੰਗ ਨੂੰ ਲੈ ਸਕੀਏ, ਉਹਦੇ ਮੱਸੇ ਨੂੰ ਲੈ ਸਕੀਏ। ਹਾਲੇਲੂਇਆ। ਕਿਉਂਕਿ ਇਹ ਵਚਨ ਥੋੜਾ ਲੰਮਾ ਜਾਣਨਾ, ਅੱਗੇ ਅਸੀਂ ਦੇਖਾਂਗੇ ਕਿ ਅਸੀਂ ਪਵਿੱਤਰਤਾ ਸਾਡੀ ਕੀਤੀ ਕਿੱਦਾਂ ਗਈ ਆ, ਔਰ ਸਾਨੂੰ ਪਵਿੱਤਰ ਕੀਤਾ ਗਿਆ ਪਰਮੇਸ਼ਰ ਨੇ। ਹਾਲੇਲੂਇਆ। ਅਗਲੇ ਸੰਡੇ ਅਸੀਂ ਹੋਰ ਅੱਗੇ ਚੱਲਾਂਗੇ, ਇਸ ਵਚਨ ਨੂੰ ਲੈ ਕੇ ਚੱਲਾਂਗੇ, ਔਰ ਅਸੀਂ ਸਿੱਖਾਂਗੇ ਕਿ ਪਰਮੇਸ਼ਰ ਦਾ ਵਚਨ ਸਾਨੂੰ ਕਿਸ ਤਰ੍ਹਾਂ ਪਵਿੱਤਰ ਕਰਦਾ, ਔਰ ਅਸੀਂ ਕਿੱਦਾਂ ਕਿ ਹੋਰ ਵਸ ਸਕਦੇ ਹਾਂ, ਉਹ ਸਰਵ ਸ਼ਕਤੀਮਾਨ ਪਰਮੇਸ਼ਰ ਨਾਲ ਸੰਬੰਧ ਨੂੰ ਕਾਇਮ ਰੱਖ ਸਕਦੇ ਹਾਂ, ਔਰ ਹਰ ਇੱਕ ਪਾਪ ਔਰ ਕੁਧਰਮ ਤੋਂ ਦੂਰ ਹੁੰਦੇ ਹੋਏ ਅਸੀਂ ਪਰਮੇਸ਼ਰ ਨਾਲ ਮੇਲ ਮਿਲਾਪ ਕਰ ਸਕਦੇ ਹਾਂ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਬਰਕਤ ਆਸ਼ੀष ਦੇਵੇ। ਆਮੀਨ।